Good morning students. Next theorem है Hausdorff space ਦੀ. Every point set in a Hausdorff space X is closed. ਤੁਸੀਂ ਪ੍ਰੂਫ ਕਰਨਾ ਹੈ finite point set ਜਿਹੜਾ ਹੁੰਦਾ ਹੈ ਉਹ Hausdorff space ਦੇ ਵਿੱਚ ਕਿਆ ਹੁੰਦਾ ਹੈ closed. ਮਤਲਬ ਤੁਸੀਂ ਕੋਈ point set ਲੈ ਕੇ ਚੱਲ ਪਏ ਨਾ finite point set. ਸਪੇਸ ਤੁਹਾਨੂੰ ਗਿਵਨ ਹੈ ਕਿ ਸਪੇਸ ਹੈ ਤੁਹਾਡੇ ਕੋਲ Hausdorff space, ਤੁਸੀਂ ਉਸ point set ਨੂੰ close ਪ੍ਰੂਫ ਕਰਨਾ. ਔਰ ਕਈ ਵਾਰੀ ਸਟੇਟਮੈਂਟ ਇੱਦਾਂ ਵੀ ਆ ਜਾਂਦੀ ਹੈ ਈਚ ਸਿੰਗਲਟਨ ਸੈਟ ਇਨ Hausdorff space is closed. ਹਰੇਕ ਜਿਹੜਾ ਸਿੰਗਲਟਨ ਸੈਟ ਹੁੰਦਾ ਵਾ Hausdorff space ਦੇ ਵਿੱਚ ਕਿਆ ਹੁੰਦਾ ਹੈ close ਹੁੰਦਾ ਹੈ. ਨੈਕਸਟ ਹੈ ਪ੍ਰੂਫ. ਇਟ ਇਜ਼ ਦੇਖੋ ਅਸੀਂ ਕਿਆ ਕਰਨਾ ਸੀ finite point set ਨੂੰ ਕਿਆ ਪ੍ਰੂਫ ਕਰਨਾ ਹੈ closed. देखो कहते हैं इट इज सफिशिएंट टू प्रूव दैट एवरी वन पॉइंट सैट इन ए Hausdorff space X is closed. ਅਸੀਂ फाइनाइट पॉइंट ਦੀ ਜਗ੍ਹਾ ਤੇ ਅਸੀਂ ਕੀ ਪ੍ਰੂਵ ਕਰਾਂਗੇ वन पॉइंट सैट मतलब ਸਿੰਗਲਟਨ ਸੈਟ ਲੈ ਕੇ ਚੱਲਾਂਗੇ. ਅਸੀਂ ਉਹਨੂੰ ਕੀ ਪ੍ਰੂਵ ਕਰਾਂਗੇ क्लोज. ਕਿਉਂ? ਕਿਉਂਕਿ ਹਰੇਕ ਜਿਹੜਾ फाइनाइट ਸੈਟ ਹੁੰਦਾ ਉਹਨੂੰ ਅਸੀਂ ਲਿਖ ਸਕਦੇ ਹਾਂ ਯੂਨੀਅਨ ਆਫ वन पॉइंट सैट. ਹਰੇਕ ਜਿਹੜਾ फाइनाइट पॉइंट सैट ਹੋਏਗਾ ਉਹਨੂੰ ਲਿਖ ਸਕਦੇ ਹਾਂ ਸਿੰਗਲਟਨ ਸੈਟ ਦੀ ਯੂਨੀਅਨ ਦੇ ਵਿੱਚ. ਸੇ x1 ਹੈ ਸਾਡੇ ਕੋਲ ਕੋਈ ਐਲੀਮੈਂਟ, ਠੀਕ ਹੈ, x2 ਹੈ, x3 ਹੈ, ਇਹਨਾਂ ਦਾ ਅਗਰ ਸਿੰਗਲਟਨ ਸੈਟ ਲੈ ਲਈਏ ਅਸੀਂ x1 x2 x3 ਅਪ ਟੂ ਸੋ ਔਨ xn, ਸੇ फाइनाइट ਸੈਟਸ ਹੈ. ਅਗਰ ਇਹਨਾਂ ਸਾਰਿਆਂ ਦੀ ਅਸੀਂ ਯੂਨੀਅਨ ਕਰੀਏ ਤਾਂ ਉਹ ਵੀ ਸਾਡੇ ਕੋਲ ਕਿਆ ਹੋਏਗਾ ਯੂਨੀਅਨ ਆਫ फाइनाइट पॉइंट सैट. ठीक है, यूनियन क्या होएगी सानू पता है यूनियन ऑफ क्लोज सैट की हुंदा है क्लोज सैट. अगर मतलब असी इन्हां नू सिंगलटन सैट्स नू ही क्लोज प्रूव कर दिए, ऐसे असी x1 नू क्लोज प्रूव कर दिए या x2 x3 xn, मतलब असी अगर सिंगलटन सैट नू क्लोज प्रूव कर दिए सानू पता है कि सारियां दी यूनियन भी की होएगी क्लोज है. मतलब ये वाला जिहड़ा सैट होएगा ये की हो जाएगा क्लोज्ड हो जाएगा. सो असी इत्थे फाइनाइट पॉइंट सैट नू क्लोज प्रूव करन दी जगह असी क्या प्रूव करांगे हरेक ਜਿਹੜਾ ਸਿੰਗਲਟਨ ਸੈੱਟ ਹੈ ਉਹ ਕਲੋਜ਼ ਹੁੰਦਾ ਹੈ. ਅਗਰ ਸਾਡਾ ਹਰ ਸਿੰਗਲਟਨ ਸੈੱਟ ਕਲੋਜ਼ ਹੋ ਗਿਆ ਤੇ ਇਹਨਾਂ ਦੀ ਯੂਨੀਅਨ ਵੀ ਕਿਆ ਹੋਏਗੀ ਕਲੋਜ਼ ਹੋਏਗੀ. ਅਗਰ ਯੂਨੀਅਨ ਕਲੋਜ਼ ਹੋਏਗੀ ਯੂਨੀਅਨ ਚ ਕੌਣ ਆਏਗਾ ਇਹੀ ਸਾਰੇ ਆ ਜਾਣਗੇ x1, x2. ਇਹਨਾਂ ਸਾਰੇ ਦੇ ਅਗਰ ਤੁਸੀਂ ਯੂਨੀਅਨ ਲਓਗੇ ਤਾਂ ਸਾਡੇ ਕੋਲ ਫਾਈਨਾਈਟ ਸੈੱਟ ਆ ਜਾਏਗਾ x1 x2 ਅਪ ਟੂ ਸੋ ਔਨ xn. ਸੋ ਇਹ ਵੀ ਸਾਡੇ ਕੋਲ ਹੋ ਜਾਏਗਾ ਕਲੋਜ਼. ਮਤਲਬ ਇਹਨੂੰ ਅਸੀਂ ਕਲੋਜ਼ ਪ੍ਰੂਫ ਕਰਨ ਦੀ ਜਗ੍ਹਾ ਇਹਨਾਂ ਕੱਲੇ ਸਿੰਗਲਟਨ ਸੈੱਟ ਨੂੰ ਕਲੋਜ਼ ਪ੍ਰੂਫ ਕਰਾਂਗੇ. ਹਾਂਜੀ, ਫॉर दिस ਹਾਂਜੀ ਗਿਵਨ ਸਾਨੂੰ ਹੈ ਐਕਸਟਰਾ Hausdorff space ਲੈ ਕੇ ਚੱਲ ਪਿਆ. ਐਕਸਟਰਾ ਕੋਈ Hausdorff space ਹੈ, ਇਹਦਾ ਕੋਈ ਪੁਆਇੰਟ ਲੈ ਕੇ ਚੱਲ ਪਿਆ x ਬਿਲੋਂਗਸ ਟੂ ਕੈਪੀਟਲ X ਵੀ ਐਨੀ ਪੁਆਇੰਟ. ਹੁਣ ਅਸੀਂ ਪ੍ਰੂਫ ਕੀ ਕਰਨਾ ਹੈ ਜਿਹੜਾ ਸਿੰਗਲਟਨ ਸੈਟ x ਹੈ ਇਹ ਕੀ ਹੈ ਕਲੋਜ਼ਡ ਇਨ x. ਕਲੋਜ਼ ਪ੍ਰੂਫ ਕਰਨ ਦੇ ਲਈ ਅਸੀਂ ਕੀ ਪ੍ਰੂਫ ਕਰਦੇ ਹਾਂ a ਦਾ ਕਲੋਜ਼ਰ ਇਕੁਅਲਸ ਟੂ a ਪ੍ਰੂਫ ਕਰਦੇ ਹਾਂ. ਦੈਟ ਇਜ਼ x ਕਲੋਜ਼ਰ ਇਕੁਅਲਸ ਟੂ x ਪ੍ਰੂਫ ਕਰਾਂਗੇ. फॉर दिस ਹਾਂਜੀ ਸਾਨੂੰ Hausdorff space given ਹੈ, ਇੱਕ ਪੁਆਇੰਟ ਲੈ ਲਿਆ. Hausdorff space ਦੀ ਡੈਫੀਨੇਸ਼ਨ ਕੀ ਅਸੀਂ ਦੋ ਡਿਫਰੈਂਟ ਪੁਆਇੰਟ ਲੈਣੇ ਇਹਦੇ. ਇੱਕ ਤਾਂ ਅਸੀਂ x ਲੈ ਕੇ ਚੱਲ ਪਏ, ਦੂਸਰਾ ਅਸੀਂ y ਲੈ ਕੇ ਚੱਲ ਪਏ. ਬੀ ਐਨੀ ਪੁਆਇੰਟ ਸੱਚ ਦੈਟ y ਇਜ਼ ਨਾਟ ਇਕੁਅਲਸ ਟੂ x. y ਤੇ x ਇਕੁਅਲ ਨਹੀਂ ਹੈ. ਨਾਓ x ਤੇ y ਇਕੁਅਲ ਨਹੀਂ ਹੈ. x ਕਿੱਦਾਂ ਦੀ ਸਪੇਸ ਹੈ Hausdorff space ਹੈ. देयरफॉर ਇੱਕ ਓਪਨ ਸੈਟ u ਐਗਜ਼ਿਸਟ ਕਰੇਗਾ, ਇੱਕ v ਐਗਜ਼ਿਸਟ ਕਰੇਗਾ. ਜਿਹੜਾ u है वो x ਨੂੰ कंटेन करेगा, v y ਨੂੰ कंटेन करेगा सच दैट दोनों की इंटरसैक्शन की होएगी फाई होएगी. ये तो है साडी Hausdorff space की डेफिनेशन कि दोनों की इंटरसैक्शन होगी फाई. नाउ x यूज तो है, x यूज है बट x वीच नहीं है. अगर x वीच नहीं है, x है तो साडे कोल यूज सी. ठीक, अगर x यूज है, अगर इत्थे असीं सैट फॉर्मेशन दे दिए सिंगलटन सैट x की हो गया सबसैट एलीमेंट बिलोंग कर रहा सैट की हो गया सबसैट ऑफ u. दिस इंप्लाइज दोनों पासे तुसी v ना इंटरसैक्शन लो. जो तुसी v ना इंटरसैक्शन लई सबसैट ऑफ u इंटरसैक्शन v. u इंटरसैक्शन v असीं की कहने उपर ही डेफिनेशन च कह के u इंटरसैक्शन v फाई है. देयरफॉर ए सैट इहदा सबसैट है, इहदी इंटरसैक्शन फाई है. दिस इंप्लाइज इहदी इंटरसैक्शन भी की हो जाएगी फाई हो जाएगी. तां असीं इत्थे लिखिया ਇਹਦਾ ਰੀਜ਼ਨ ਇਹ ਹੈ ਤਾਂ ਕਰਕੇ ਅਸੀਂ ਲਿਖ ਸਕਦੇ ਹਾਂ ਸਿੰਗਲਟਨ ਸੈਟ x ਇੰਟਰਸੈਕਸ਼ਨ v ਵੀ ਸਾਡੇ ਕੋਲ ਕੀ ਹੋਏਗਾ 5 ਵੇਅਰ v ਕੌਣ ਹੈ ਓਪਨ ਸੈਟ ਕੰਟੇਨਿੰਗ ਪੁਆਇੰਟ y. ਦਿਸ ਇੰਪਲਾਈਜ਼ y ਇਜ਼ ਨਾਟ ਅ ਲਿਮਿਟ ਪੁਆਇੰਟ ਆਫ x. ਇੱਥੋਂ ਸਾਡੇ ਕੋਲ ਡੈਫੀਨੇਸ਼ਨ ਬਣ ਗਈ ਕਿ y ਲਿਮਿਟ ਪੁਆਇੰਟ ਨਹੀਂ ਹੈ. ਲਿਮਿਟ ਪੁਆਇੰਟ ਦੀ ਡੈਫੀਨੇਸ਼ਨ ਦੇਖੋ ਕਿਆ ਹੁੰਦੀ ਹੈ. let x be a topological space, a subset x be any set, then x belongs to x is called the limit point of a if every neighborhood of x, x की कोई neighborhood contain at least one point of a other than x. ਉਹ ਕੋਈ मतलब x ਤੋਂ ਇਲਾਵਾ ਵੀ a ਦਾ ਕੋਈ ਪੁਆਇੰਟ ਕੰਟੇਨ ਕਰੇ. ਇੱਥੇ neighborhood ਲੈ ਲਈ ਤੁਸੀਂ x ਦੀ u,
ए ਦਾ ਕੋਈ ਨਾ ਕੋਈ ਪੁਆਇੰਟ ਜ਼ਰੂਰ ਕੰਟੇਨ ਕਰੇ, ਮਤਲਬ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਫਾਈ ਨਹੀਂ ਹੋਣੀ ਚਾਹੀਦੀ ਤੇ ਨਾ ਹੀ x ਹੋਣੀ ਚਾਹੀਦੀ। ਜਾਂ ਅਸੀਂ ਲਿਖ ਸਕਦੇ a ਇੰਟਰਸੈਕਸ਼ਨ u ਮਾਈਨਸ x ਇਜ਼ ਨਾਟ ਇਕੁਅਲਸ ਟੂ ਫਾਈ। ਹੁਣ ਦੇਖੋ ਇੱਥੇ ਵੀ ਇਹੀ ਚੀਜ਼ ਹੈ, x ਦੀ ਇੰਟਰਸੈਕਸ਼ਨ v ਦੇ ਨਾਲ ਜੇ ਨਾਟ ਇਕੁਅਲਸ ਟੂ ਫਾਈ ਆ ਜਾਂਦੀ ਫਿਰ ਤਾਂ ਇਹਨੇ x ਨੇ ਇਹਦਾ ਲਿਮਿਟ ਪੁਆਇੰਟ ਬਣ ਜਾਣਾ ਸੀ, ਬਟ x ਦੀ ਇੰਟਰਸੈਕਸ਼ਨ ਸਿੰਗਲਟਨ ਸੈਟ x ਮਤਲਬ ਇਹ ਸਾਡੇ ਕੋਲ ਹੈ x ਦੀ ਇੰਟਰਸੈਕਸ਼ਨ v ਹੈ ਓਪਨ ਸੈਟ ਕੰਟੇਨਿੰਗ ਪੁਆਇੰਟ y। ਇਹਨਾਂ ਦੋਨਾਂ ਦੀ ਜਿਹੜੀ ਇੰਟਰਸੈਕਸ਼ਨ ਉਹ ਕੀ ਆ ਗਈ, ਫਾਈ ਆ ਗਈ। ਜੇ ਤਾਂ ਹੁਣ ਦੇਖੋ ਫਾਈ ਨਹੀਂ ਆਂਦੀ ਤਾਂ u ਤੁਸੀਂ ਨੇਬਰਹੁੱਡ ਲਈ ਸੀ ਕਿਹਦੀ, x ਦੀ, ਤਾਂ ਅਸੀਂ ਕਹਿ ਦੇਣਾ ਸੀ x ਇਜ਼ ਲਿਮਿਟ ਪੁਆਇੰਟ, ਠੀਕ ਹੈ। ਬਟ ਹੁਣ ਇੱਥੇ v ਜਿਹੜੀ ਹੈ ਉਹਦੀ x ਨਾਲ ਇੰਟਰਸੈਕਸ਼ਨ ਫਾਈ ਹੈ, ਦਾ ਮਤਲਬ v ਦਾ ਜਿਹੜਾ ਪੁਆਇੰਟ ਹੈ, v ਦਾ ਪੁਆਇੰਟ ਕੌਣ ਸੀ, y ਇਜ਼ ਨਾਟ ਅ ਲਿਮਿਟ ਪੁਆਇੰਟ ਆਫ x, ਤਾਂ ਇਹ ਲਿਮਿਟ ਪੁਆਇੰਟ ਨਹੀਂ ਬਣੇਗਾ। ਲਿਮਿਟ ਪੁਆਇੰਟ ਨੂੰ ਅਸੀਂ ਡੈਸ਼ ਨਾਲ ਡਿਨੋਟ ਕਰਦੇ ਹਾਂ, ਦੇਅਰਫੋਰ x ਡੈਸ਼ ਇਜ਼ ਇਕੁਅਲਸ ਟੂ ਕਿਆ ਆ ਜਾਏਗਾ, ਫਾਈ ਆ ਜਾਏਗਾ। ਸਿੰਸ ਅਸੀਂ ਆ ਵੀ ਇੱਕ ਰਿਜ਼ਲਟ ਪੜਿਆ ਹੋਇਆ, a ਦਾ ਕਲੋਜ਼ਰ ਹੁੰਦਾ ਹੈ a ਯੂਨੀਅਨ a ਡੈਸ਼, ਦੇਅਰਫੋਰ a ਕੌਣ ਹੈ ਇੱਥੇ ਲਿਆ ਹੋਇਆ, x ਦਾ ਕਲੋਜ਼ਰ ਇਕੁਅਲਸ ਟੂ ਸਿੰਗਲਟਨ ਸੈਟ x ਯੂਨੀਅਨ ਸਿੰਗਲਟਨ ਸੈਟ x ਡੈਸ਼। ਹੁਣ x ਡੈਸ਼ ਦੇ ਵਿੱਚ ਤਾਂ ਕੋਈ ਪੁਆਇੰਟ ਆਇਆ ਨਹੀਂ, x ਡੈਸ਼ ਤਾਂ ਸਾਡੇ ਕੋਲ ਫਾਈ ਆਇਆ, ਦੇਅਰਫੋਰ ਇਹ ਕਿਹਦੇ ਇਕੁਅਲ ਆ ਗਿਆ, x, ਦੇਅਰਫੋਰ ਸਾਡੇ ਕੋਲ a ਦਾ ਕਲੋਜ਼ਰ a ਦੇ ਇਕੁਅਲ ਆ ਗਿਆ। ਜਦੋਂ a ਦਾ ਕਲੋਜ਼ਰ a ਦੇ ਇਕੁਅਲ ਹੁੰਦਾ ਦੈਨ ਉਹ ਸੈਟ ਕੀ ਹੁੰਦਾ ਹੈ, ਕਲੋਜ਼ ਸੈਟ ਹੁੰਦਾ ਹੈ। ਨੈਕਸਟ ਉਹ ਕਹਿੰਦਾ ਕਨਵਰਸ ਆਫ ਅਬਵ ਰਿਜ਼ਲਟ ਇਜ਼ ਨਾਟ ਟਰੂ। ਇਸ ਰਿਜ਼ਲਟ ਦਾ ਕਨਵਰਸ ਟਰੂ ਨਹੀਂ ਹੁੰਦਾ। ਕਨਵਰਸ ਕੀ ਹੋਏਗਾ, ਥਿਊਰਮ ਸੀ ਫਾਈਨਾਈਟ ਪੁਆਇੰਟ ਸੈਟ ਇਨ ਏ ਹਾਸਟੋਸ ਸਪੇਸ x ਇਜ਼ ਕਲੋਜ਼ਡ। ਕਨਵਰਸ ਹੈ ਕਿ ਸਪੇਸ ਅਸੀਂ ਹਾਸਟੋਸ ਲੈ ਕੇ ਚੱਲਣੀ ਹੈ, ਮਤਲਬ ਕਨਵਰਸ ਟਰੂ ਨਹੀਂ ਹੈ, ਮਤਲਬ ਅਗਰ ਸਪੇਸ ਹਾਸਟੋਸ ਨਾ ਹੋਵੇ ਫਿਰ ਵੀ ਜਿਹੜਾ ਪੁਆਇੰਟ ਸੈਟ ਉਹ ਕੀ ਹੁੰਦਾ ਹੈ, ਕਲੋਜ਼ ਹੁੰਦਾ ਹੈ। ਠੀਕ, ਤੁਸੀਂ ਇੱਕ ਸਪੇਸ ਕਾਊਂਟਰ ਐਗਜ਼ਾਮਪਲ ਲਈਏ ਇਹਦੇ ਲਈ। ਕੋਫਾਈਨਾਈਟ ਟੋਪੋਲੋਜੀ, ਇਹ ਤੁਸੀਂ ਲਾਸਟ ਵੀਡੀਓ ਦੇ ਵਿੱਚ ਕੀਤੀ ਹੋਈ ਕਿ ਤੁਸੀਂ ਕੋਫਾਈਨਾਈਟ ਟੋਪੋਲੋਜੀ ਲਈ ਸੀ ਤੇ ਉਹਨੂੰ ਪ੍ਰੂਵ ਕੀਤਾ ਸੀ ਕਿ ਉਹ ਹਾਸਟੋਸ ਸਪੇਸ ਨਹੀਂ ਬਣਦੀ, ਠੀਕ। ਬਟ ਫਿਰ ਵੀ ਜਿਹੜਾ ਪੁਆਇੰਟ ਸੈਟ ਹੈ, ਫਾਈਨਾਈਟ ਪੁਆਇੰਟ ਸੈਟ ਹੈ, ਉਹ ਕਲੋਜ਼ਡ ਹੋਏਗਾ। ਤੁਸੀਂ ਲੈ ਲਿਆ ਲੈਟ A ਬੀ ਐਨੀ ਫਾਈਨਾਈਟ ਸਬਸੈਟ ਆਫ R। ਜੇ A ਫਾਈਨਾਈਟ ਸਬਸੈਟ ਆਫ R ਹੈ, R ਮਤਲਬ ਕਿਹੜੀ ਹੈ, ਕੋਫਾਈਨਾਈਟ ਟੋਪੋਲੋਜੀ। ਇਸ ਟੋਪੋਲੋਜੀ ਦੇ ਵਿੱਚ ਮੈਂਬਰ ਕਿੱਦਾਂ ਦੇ ਨੇ, ਇਹਦੇ ਕੰਪਲੀਮੈਂਟ, ਕੋਈ ਵੀ ਸਬਸੈਟ ਜੇ R ਦਾ ਲੈਣੇ ਉਹਦਾ ਕੰਪਲੀਮੈਂਟ ਕੀ ਹੁੰਦਾ ਹੈ, ਫਾਈਨਾਈਟ। ਹੁਣ ਇਹ ਅਸੀਂ ਕੋਈ ਫਾਈਨਾਈਟ ਸਬਸੈਟ ਲਿਆ R ਦਾ, ਦੇਅਰਫੋਰ A ਕੰਪਲੀਮੈਂਟ ਬਿਲੋਂਗਸ ਟੂ ਟਾਓ F, ਮਤਲਬ A ਸਿੱਧਾ ਟਾਓ F ਚ ਨਹੀਂ ਜਾਏਗਾ, A ਕੰਪਲੀਮੈਂਟ ਟਾਓ F ਚ ਜਾਏਗਾ। ਜੇ A ਦਾ ਕੰਪਲੀਮੈਂਟ ਟਾਓ F ਚ ਹੈ ਦੈਟ ਇਜ਼ A ਕੰਪਲੀਮੈਂਟ ਕੀ ਹੋ ਗਿਆ, ਓਪਨ ਇਨ R, ਕਿਉਂਕਿ ਜਿਹੜਾ ਵੀ ਸੈਟ ਟਾਓ F ਚ ਜਾਂਦਾ ਹੈ, ਟੋਪੋਲੋਜੀ ਜਾਂਦਾ ਹੈ, ਓਪਨ ਹੁੰਦਾ ਹੈ। ਜੇ A ਕੰਪਲੀਮੈਂਟ ਓਪਨ ਹੈ, A ਕੀ ਹੋ ਗਿਆ ਸਾਡੇ ਕੋਲ, ਕਲੋਜ਼। ਹੁਣ A ਨੂੰ ਅਸੀਂ ਫਾਈਨਾਈਟ ਲੈ ਕੇ ਚੱਲੇ ਸੀ, A ਹੈ ਕਲੋਜ਼, ਬਟ ਜਿਹੜੀ R ਆ ਉਹ ਜ਼ਰੂਰੀ ਨਹੀਂ ਹਾਸਟੋਸ ਸਪੇਸ ਹੋਵੇ। ਬਟ ਜੇਕਰ ਫਾਈਨਾਈਟ ਪੁਆਇੰਟ ਸੈਟ ਦੀ ਗੱਲ ਕਰਦੇ, ਹਾਸਟੋਸ ਸਪੇਸ ਦਿੱਤੀ ਤਾਂ ਹਾਸਟੋਸ ਸਪੇਸ ਦੇ ਵਿੱਚ ਫਾਈਨਾਈਟ ਸੈਟ ਕਲੋਜ਼ ਹੁੰਦੇ ਆ, ਬਟ ਅਗਰ ਫਾਈਨਾਈਟ ਸੈਟ ਕਲੋਜ਼ਡ ਹੈ ਜ਼ਰੂਰੀ ਨਹੀਂ ਉਹ ਸਪੇਸ ਕੀ ਹੋਵੇ, ਹਾਸਟੋਫ ਹੀ ਹੋਵੇ। ਮਤਲਬ ਹਾਸਟੋਫ ਇੰਪਲਾਈਜ਼ ਕਲੋਜ਼ਡ ਬਟ ਕਲੋਜ਼ਡ ਮੇ ਔਰ ਮੇ ਨਾਟ ਬੀ ਹਾਸਟੋਫ, ਠੀਕ ਹੈ। नेक्स्ट है डेफिनेशन T1 एक्सियम। T1 एक्सियम की डेफिनेशन देखो क्या है। T1 एक्सियम की डेफिनेशन तो असी अपनी लास्ट वाली थ्योरम तो ही ड्राइव की थी। देयरफॉर अ टोपोलॉजिकल स्पेस X tau is T1 space if every singleton subset of X is closed in X। कोई भी टोपोलॉजिकल स्पेस X tau T1 स्पेस होंगी है जेकर हरेक सिंगलटन सबसैट की होवे क्लोज्ड। मतलब जेकर असी कोई भी सिंगलटन सबसैट लैके चलीए वो क्लोज्ड होवे दैन वो टोपोलॉजिकल स्पेस की होंगी है T1 सिंगलटन। और असी लास्ट दे विच क्या लास्ट जिहड़ी थ्योरम कीती ओहदे विच असी फाइनाइट भी इहदी जगह ते ले लिया सी, तो असी कह सकते हैं एवरी फाइनाइट सबसैट ऑफ X इज क्लोज। सो T1 दियां दो डेफिनेशंस हो गई। Every singleton subset of X is closed, every finite subset of X is closed। हाँ जी, ये थ्योरम है let X be a space satisfying the T1 axiom। सानू X कोई स्पेस दी है जिहड़ी T1 axiom नू सैटिस्फाई करती है। T1 axiom नू सैटिस्फाई करती है मतलब इहदे विच हरेक फाइनाइट सबसैट या सिंगलटन सबसैट की होएगा, क्लोज्ड होएगा। एंड let A be a subset of X। A तुसी कोई सबसैट लिया है X का, then X belongs to A dash। X belongs to A dash लिखन का मतलब की है X is limit point of A। A dash mean limit point। कहते X limit point होएगा A दा if and only if every neighborhood of X contain infinitely many points of A। X limit point होएगा A दा जेकर
हरेक एक्स की नेबरहुड कंटेन करे इनफाइनाइटली मैनी पॉइंट ऑफ ए दे बहुत सारे पॉइंट कंटेन करे। देखो फर्स्ट तुसी लिमिट पॉइंट लैके चलना, आ वाली कंडीशन प्रूव करनी, फिर तुसी ए वाली कंडीशन लैके चलनी, लिमिट पॉइंट प्रूव करना। हाँ जी प्रूव करिए। फर्स्ट असी लैके चले सैकेंड वाली कंडीशन, एवरी नेबरहुड ऑफ एक्स कंटेन इनफाइनाइटली मैनी पॉइंट्स ऑफ ए। असी लैके चल पे लेट एवरी नेबरहुड ऑफ एक्स कंटेन इनफाइनाइटली मैनी पॉइंट्स ऑफ ए। शो असी करना एक्स के नु बिलोंग करदा ए डैश नु, दैट इज असी प्रूव करना एक्स इज अ लिमिट पॉइंट ऑफ ए। फॉर दिस असी लैके चल पे ਹੁਣ ਅਸੀਂ ਕਿਹਾ ਨਾ ਐਵਰੀ ਨੇਬਰਹੁਡ ਆਫ ਐਕਸ ਕੰਟੇਨ, ਇਹੀ ਲੈ ਕੇ ਚੱਲੇ ਗਿਵਨ। ਉਹ ਜਿਹੜੀ ਐਵਰੀ ਨੇਬਰਹੁਡ ਉਹ ਅਸੀਂ ਲੈ ਲਈ ਯੂ, ਕੋਈ ਯੂ ਨੇਬਰਹੁਡ ਲੈ ਲਈ, ਲੈਟ ਯੂ ਬੀ ਐਨੀ ਨੇਬਰਹੁਡ ਆਫ ਐਕਸ। ਦੈਨ ਅਸੀਂ ਕਹਿੰਦੇ ਜਿਹੜੀ ਵੀ ਨੇਬਰਹੁਡ ਐਕਸ ਸੀ ਉਹ ਇਨਫਾਈਨਾਈਟਲੀ ਮੈਨੀ ਪੁਆਇੰਟ ਲਊਗੀ। ਹੁਣ ਇਹ ਜੇ ਯੂ ਨੇਬਰਹੁਡ ਐਕਸ ਸੀ ਤਾਂ ਯੂ ਕੰਟੇਨ ਇਨਫਾਈਨਾਈਟਲੀ ਮੈਨੀ ਪੁਆਇੰਟ ਆਫ ਏ। देयरफॉर अगर यू कंटेन कर रही है बहुत सारे पॉइंट ए दे, देयरफॉर यू दी इंटरसैक्शन ए दे नाल नॉन एम्प्टी तो होएगी नहीं, सॉरी एम्प्टी तो होएगी नहीं, ठीक है। नॉट इक्वल्स टू 5 ਅਸੀਂ अपने डेफिनेशन बना ਲਈ ਸੀ क्योंकि ਇਹਨੂੰ लिमिट पॉइंट बनाना ਸੀ अपने को लिख लिया क्योंकि ਇਹਦੇ ਕੋਲ इनफाइनाइटली मैनी पॉइंट आ। अगर ਅਸੀਂ एक पॉइंट ਛੱਡ भी देवांगे तो कोई फर्क नहीं पैना। तो ਅਸੀਂ लिख लिया यू इंटरसैक्ट ए इन सम पॉइंट अदर दैन एक्स, मतलब यू ते ए दी इंटरसैक्शन आ तो पता ही है कि 5 नहीं होएगा, बट असी ले लिया एक्स भी नहीं होएगा। ए वाली डेफिनेशन साडे कोल किहदी डेफिनेशन है, ए वाली डेफिनेशन साडे कोल लिमिट पॉइंट दी डेफिनेशन है। असी लिमिट पॉइंट दी डेफिनेशन कीती सी कि ए इंटरसैक्शन यू ना तो 5 होवे ना तो एक्स, दैन एक्स की हो जाता है लिमिट पॉइंट ऑफ केदा लिमिट पॉइंट हो जाता है ए दा हो जाता है। देयरफॉर इत्थे साडे कोल की आ गया एक्स इज अ लिमिट पॉइंट ऑफ ए, दैट इज एक्स बिलोंग्स टू ए डैश। सो फर्स्ट पार्ट तो साडा एज इट इज प्रूव हो गया। कन्वर्सली लेट असी लैके चल पे एक्स बिलोंग्स टू ए डैश, एक्स कोई ए डैश चो है, मतलब एक्स जे ए डैश चो है, दिस इंप्लाइज एक्स इज अ लिमिट पॉइंट ऑफ ए। एक्स साडे कोल की है लिमिट पॉइंट ऑफ ए है। जे लिमिट पॉइंट ऑफ ए तो इसकी डेफिनेशन यही होएगी कि ਇਹਦੀ ਜਿਹੜੀ एवरी नेबरहुड ऑफ एक्स कंटेन एटलीस्ट 1 पॉइंट ऑफ ए अदर दैन एक्स होएगा, ठीक। इफ हुण असीं शो करना वी आर टू शो दैट एवरी नेबरहुड ऑफ एक्स कंटेन इनफाइनाइटली मैनी पॉइंट ऑफ ए, ठीक। असीं उल्टा लेके चल पे, असीं ले लिया इफ पॉसिबल लेट देयर बी एन ओपन नेबरहुड जी ऑफ एक्स विच कंटेन ओनली फाइनाइट नंबर ऑफ मैंबर ए। असीं प्रूव करना कि इनफाइनाइटली मैंबर ऑफ ए लवे, बट असीं ओपोजिट लैके चल पे असीं ले लिया कि एक ओपन नेबरहुड जी एग्जिस्ट करती है जिहड़ी की करती है ओनली फाइनाइट नंबर ऑफ पॉइंट लैंदी है ए दे। दैन ए माइनस एक्स इंटरसैक्शन जी इज ए फाइनाइट सबसैट ऑफ, देखो ये किद्दां आया, आ चीज़ देखो किद्दां आई। हुण असीं ले लिया कि जिहड़ी जी नेबरहुड ऑफ फाइनाइट पॉइंट लैंदी है किहदे ए दे, देयरफॉर ए दे लैंदी दोनों दी इंटरसैक्शन सानू पता 5 तो नहीं होएगी, असीं की लिया फाइनाइट पॉइंट ले रही है। देयरफॉर जी इंटरसैक्शन ए भी की होएगा साडे कोल फाइनाइट सैट हो जाएगा क्योंकि जी ए दे फाइनाइट मैंबर ले रहे हैं, इसदा मतलब जी इंटरसैक्शन ए फाइनाइट सैट हो जाएगा। आल्सो फाइनाइट मैंबर ले रहे हैं, असीं ले लिया जी इंटरसैक्शन ए ना तो 5 लिया ना तो असीं एक्स लिया। देयरफॉर असीं इहनूं इदां भी लिख सकते हैं ना जी इंटरसैक्शन ए चो एक्स माइनस करके इज आल्सो फाइनाइट नॉन एम्प्टी सैट। चाहे असी डेफिनेशन इदा लिख लीए जी इंटरसैक्शन ए इज नॉट इक्वल्स टू 5x, या असी लिख लीए जी इंटरसैक्शन ए माइनस एक्स इज आल्सो फाइनाइट नॉन एम्प्टी सैट हो गया, ठीक। ये तो असी लिख ली जो असी मान के चले उत्थों असी रिजल्ट लिख लिया। सिंस हुण एक्सट्रा किद्दां दी स्पेस है T1 स्पेस है, जे एक्सट्रा T1 स्पेस है तो सानू पता T1 स्पेस दे विच असीं उपर डेफिनेशन कीती है एवरी फाइनाइट सबसैट ऑफ एक्स इज क्लोज्ड। हुण आ जिहड़ा तुसीं लिया a माइनस एक्स इंटरसैक्शन जी की होया फाइनाइट सबसैट ऑफ एक्स और एक्स है T1 स्पेस, देयरफॉर ए वाला जिहड़ा सैट हो गया की हो गया क्लोज सैट क्योंकि T1 स्पेस है, T1 दे विच हरेक की हुंदा क्लोज सैट हुंदा फाइनाइट सैट। अगर ये क्लोज्ड है एक्स सच तो यदा कॉम्प्लीमेंट की हो गया ओपन सैट कंटेनिंग पॉइंट एक्स, तो ये की हो गया ओपन सैट हो गया कंटेनिंग पॉइंट एक्स। चाहे लिखना लिखो ये चीज कंटेनिंग पॉइंट एक्स, नहीं लिखना ना लिखो, चाहे तुसी लिख लो ओपन सैट, ये ओपन सैट बन गया। अगर ये ओपन सैट है साडे कोल देयरफॉर ये की बन गया साडे कोल ओपन नेबरहुड ऑफ एक्स, इनू असीं नाम देता कैपिटल N इज ओपन नेबरहुड ऑफ एक्स,
ਨਾਓ ਹੁਣ ਅਸੀਂ x ਦੀ ਨੇਬਰਹੁੱਡ ਐਗਜ਼ਿਸਟ ਕਰਾ ਲਈ। ਠੀਕ, ਦੇਖੋ ਅਸੀਂ x ਦੀ ਨੇਬਰਹੁੱਡ ਐਗਜ਼ਿਸਟ ਕਰਾ ਲਈ। ਨਾਓ n ਦੀ ਇੰਟਰਸੈਕਸ਼ਨ a ਮਾਈਨਸ x ਨਾਲ ਚੈੱਕ ਕੀਤੀ, ਉਹ ਆ ਜਾਏਗਾ n ਸਾਡੇ ਕੋਲ ਕੌਣ ਹੈ, a ਮਾਈਨਸ x ਇੰਟਰਸੈਕਸ਼ਨ g ਦਾ ਕੰਪਲੀਮੈਂਟ ਇੰਟਰਸੈਕਸ਼ਨ g। ਇੰਟਰਸੈਕਸ਼ਨ ਇਹ ਵਾਲੀ ਵੈਲਿਊ ਐਜ਼ ਇਟ ਇਜ਼ ਲਿਖ ਦਿੱਤੀ। ਹੁਣ ਆਹ ਵਾਲੀ ਸਾਰੀ ਵੈਲਿਊ ਐਜ਼ ਇਟ ਇਜ਼ ਲਿਖ ਲਈ ਇੰਨੀ ਵਾਲੀ, ਠੀਕ ਹੈ, g ਕੰਪਲੀਮੈਂਟ ਵਾਲੀ ਆ ਸਾਰੀ ਵੈਲਿਊ। ਇੰਟਰਸੈਕਸ਼ਨ ਇਹਨਾਂ ਦੋਨਾਂ ਦੀ ਇੰਟਰਸੈਕਸ਼ਨ ਲੈ ਲਈ a ਮਾਈਨਸ x ਇੰਟਰਸੈਕਸ਼ਨ g। ਹੁਣ ਦੇਖੋ ਦੋਨੋਂ ਸੇਮ ਸੈਟ ਹੈ, a ਮਾਈਨਸ x ਇੰਟਰਸੈਕਸ਼ਨ g ਕੰਪਲੀਮੈਂਟ ਇੰਟਰਸੈਕਸ਼ਨ a ਮਾਈਨਸ x ਇੰਟਰਸੈਕਸ਼ਨ g। ਸਾਨੂੰ ਪਤਾ ਹੈ a ਦੀ ਇੰਟਰਸੈਕਸ਼ਨ a ਦੇ ਕੰਪਲੀਮੈਂਟ ਨਾਲ ਕੀ ਹੋਏਗੀ, ਫਾਈ ਹੋਏਗੀ। ਹੁਣ ਦੇਖੋ ਇਹ ਸਾਰਾ ਸੈਟ ਸੇਮ ਹੈ, ਇਹ ਵੀ ਉਹੀ ਸੈਟ ਹੈ। ਕਿਸੇ ਵੀ ਸੈਟ ਦੀ ਆਪਣੇ ਕੰਪਲੀਮੈਂਟ ਨਾਲ ਇੰਟਰਸੈਕਸ਼ਨ ਕੀ ਹੁੰਦੀ ਹੈ, ਫਾਈ। ਸੋ ਸਾਡੇ ਕੋਲ ਕੀ ਰਿਜ਼ਲਟ ਆਇਆ, ਸਾਡੇ ਕੋਲ ਆ ਗਿਆ open neighborhood n of x such that a minus x intersection n equals to phi। ਇਹ ਆ ਗਿਆ। ਹੁਣ n ਕਿਹਦੀ ਨੇਬਰਹੁੱਡ ਸੀਗੀ, ਓਪਨ ਨੇਬਰਹੁੱਡ x ਦੀ ਸੀ, ਇਹ ਸੀ ਨੇਬਰਹੁੱਡ ਆਫ x। ਹੁਣ ਦੇਖੋ ਸਾਡੇ ਕੋਲ ਕਿਆ ਆਇਆ, ਚਾਹੇ ਅਸੀਂ ਇਹਨੂੰ ਇੱਦਾਂ ਲਿਖ ਲਈਏ ਰਿਜ਼ਲਟ ਨੂੰ a ਇੰਟਰਸੈਕਸ਼ਨ n ਇਕੁਅਲਸ ਟੂ phi, ਠੀਕ ਹੈ, ਇਹ phi ਆ ਗਿਆ ਤੇ ਨਾਟ ਇਕੁਅਲਸ ਟੂ x ਹੈ। ਬਟ ਇਹ ਤਾਂ ਲਿਮਿਟ ਪੁਆਇੰਟ ਦੀ ਡੈਫੀਨੇਸ਼ਨ ਨਹੀਂ ਹੈ, ਲਿਮਿਟ ਪੁਆਇੰਟ ਦੀ ਹੈ ਕਿ ਇੱਥੇ ਕੀ ਆਉਣਾ ਚਾਹੀਦਾ ਸੀ, ਨਾਟ ਇਕੁਅਲਸ ਟੂ phi। therefore x is not a limit point of a। ਇੱਥੋਂ ਫਿਰ ਰਿਜ਼ਲਟ ਸਾਡੇ ਕੋਲ ਆਇਆ x ਲਿਮਿਟ ਪੁਆਇੰਟ a ਦਾ ਨਹੀਂ ਹੋਏਗਾ। ਬਟ ਅਸੀਂ ਤਾਂ ਲੈ ਕੇ ਚੱਲੇ ਸੀਗੇ ਕਿ x is a limit point of a। ਲਿਮਿਟ ਪੁਆਇੰਟ ਆਫ a ਦਾ ਮਤਲਬ x ਦੀ ਕਿਸੇ ਨੇਬਰਹੁੱਡ ਨਾਲ, ਉਹ ਅਸੀਂ ਲੈ ਲਈ n ਦੀ ਇੰਟਰਸੈਕਸ਼ਨ a ਦੇ ਨਾਲ ਨਾਟ ਇਕੁਅਲਸ ਟੂ phi ਆਣੀ ਚਾਹੀਦੀ ਸੀ। ਬਟ ਇਹ ਸਾਡੇ ਅਸੀਂ ਕੀ ਪ੍ਰੂਫ ਕਰ ਦਿੱਤਾ, ਇਹਦੀ ਕੀ ਹੈ, equals to phi। ਇਹਦਾ ਮਤਲਬ x is not a limit point of a। ਇਹ ਤਾਂ contradiction ਹੋ ਗਈ। therefore our supposition is wrong। ਜੋ ਅਸੀਂ suppose ਕੀਤਾ ਸੀ ਉਹੀ wrong ਸੀ। our supposition is wrong। ਅਸੀਂ ਕਿਆ suppose ਕੀਤਾ ਸੀ, ਅਸੀਂ suppose ਕੀਤਾ ਸੀ ਕਿ ਇਹ ਲੈਂਦਾ ਹੈ finite number of members of a, ਇਹਦੀ neighborhood। so ਸਾਡੇ ਕੋਲ ਬਣ ਗਿਆ every neighborhood of x contain infinite points of a। ਉਹ infinite point ਲੈਂਦਾ ਹੈ। okay, thank you students।